ਸੈਮੀਨਾਰ ਵਿੱਚ ਵੱਖ-ਵੱਖ ਪਰਚੇ ਪੜ੍ਹਨੇ ਨੇ। 2 ਸੈਸ਼ਨ ਨੇ ਕਿਉਂਕਿ ਦੂਸਰੇ ਵਿੱਚ ਥੋੜ੍ਹਾ ਟਾਈਮ ਲੰਮਾ ਹੋ ਜਾਣਾ ਹੈ। ਉਹਦੇ ਵਿੱਚ ਡਾਕਟਰ ਜਸਬੀਰ ਕੌਰ ਹੋਰਾਂ ਨੇ ਔਰ ਪ੍ਰੋਫੈਸਰ ਗੋਬਿੰਦਰ ਸਿੰਘ ਆਲਮਪੁਰੀ, ਪ੍ਰੋਫੈਸਰ ਉਪਿੰਦਰ ਸਿੰਘ ਜੀ ਔਰ ਡਾਕਟਰ ਸਾਬਰ ਸਾਹਿਬ ਨੇ ਆਪ ਜੀ ਨਾਲ ਵਿਚਾਰ ਸਾਂਝੇ ਕਰ ਰਹੇ। ਪਹਿਲੇ ਸੈਸ਼ਨ ਵਿੱਚ ਜਿਵੇਂ ਕਿ ਸਾਰਿਆਂ ਨੂੰ ਡਾਕਟਰ ਸੁਖਦਿਆਲ ਸਿੰਘ ਹੋਰਾਂ ਨੂੰ ਵੀ ਪਰਚਾ ਬੇਨਤੀ ਕੀਤੀ ਗਈ ਕਿ ਇਤਿਹਾਸਕ ਪੱਖ ਤੋਂ ਗੁਰਮਤਿ ਸੰਗੀਤ ਦਾ ਮਹੱਤਵ ਜਾਂ ਇਤਿਹਾਸ ਦੇ ਪੱਖ ਤੋਂ ਕਿੰਨਾ ਰਬਾਬੀਆਂ ਰਾਗੀਆਂ ਨੇ ਕੀਰਤਨ ਰਾਹੀਂ ਸੰਗੀਤ ਰਾਹੀਂ ਸੇਵਾਵਾਂ ਕੀਤੀਆਂ ਔਰ ਜਾਂ ਉਸ ਦਾ ਹੋਰ ਕੋਈ ਨਿਵੇਕਲਾ ਪੱਖ ਉਹ ਆਪ ਜੀ ਨਾਲ ਸਾਂਝਾ ਕਰਨਗੇ। ਡਾਕਟਰ ਅਨੁਰਾਗ ਸਿੰਘ ਜੀ ਉਹਨਾਂ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ 10ਮ ਗ੍ਰੰਥ ਸਾਹਿਬ, ਉਸ ਪਵਿੱਤਰ ਬਾਣੀ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਸੰਗੀਤ ਨੂੰ ਕਿਸ ਢੰਗ ਦੇ ਨਾਲ ਆਪਣੀ ਪਵਿੱਤਰ ਬਾਣੀ ਵਿੱਚ ਰੂਪਮਾਨ ਕੀਤਾ ਹੈ ਔਰ ਉਸ ਬਾਰੇ ਬੜੀ ਭਾਵਪੂਰਤ ਜਾਣਕਾਰੀ ਆਪ ਜੀ ਨਾਲ ਸਾਂਝੀ ਕਰਨਗੇ ਕਿਉਂਕਿ ਇਹਨਾਂ ਦਾ ਬਹੁਤ ਵਧੀਆ ਐਨਾਲਿਸਿਸ ਹੈ, ਸਟੱਡੀ ਹੈ। ਸਤਿਗੁਰਾਂ ਦੀ ਪਵਿੱਤਰ ਬਾਣੀ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ 'ਤੇ ਇਹਨਾਂ ਨੇ ਬਹੁਤ ਸੇਵਾਵਾਂ ਪਿਛਲੇ ਸਮੇਂ ਵਿੱਚ ਵੀ ਕੀਤੀਆਂ ਔਰ ਕਰ ਰਹੇ ਨੇ। ਡਾਕਟਰ ਸੁਰਜੀਤ ਪਾਤਰ ਜੀ ਉਹਨਾਂ ਨੂੰ ਬੇਨਤੀ ਕੀਤੀ ਹੈ ਵੀ ਸਾਹਿਤ ਅਤੇ ਸੰਗੀਤ ਦਾ, ਕਲਾ, ਸੰਗੀਤ ਵੀ ਕਲਾ ਹੈ, ਕਵਿਤਾ ਸਾਹਿਤ ਦਾ ਸੰਗੀਤ ਨਾਲ ਸੰਬੰਧ ਔਰ ਇਸ ਦੀ ਆਪਸੀ ਸਾਂਝ, ਇਹਨਾਂ ਸਾਰੇ ਵਿਦਵਾਨ ਪੁਰਸ਼ਾਂ ਨੇ ਆਪ ਜੀ ਨਾਲ ਪੇਪਰ ਸਾਂਝੇ ਕਰਨੇ ਨੇ। ਔਰ ਦੂਸਰੇ ਸੈਸ਼ਨ ਵਿੱਚ ਸਾਡੇ ਅਤੀ ਸਤਿਕਾਰਯੋਗ ਡਾਕਟਰ ਜਸਬੀਰ ਕੌਰ ਜੀ ਪਟਿਆਲਾ, ਉਹਨਾਂ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਲੋਕ ਧੁਣਾ, ਇਹ ਉਸ ਦਾ ਕੀਰਤਨ ਵੀ, ਅਲਾਣੀਆਂ ਘੋੜੀਆਂ ਦਾ ਕੀਰਤਨ ਵੀ ਇਹਨਾਂ ਨੇ ਕੀਤਾ। ਉਹਨਾਂ ਲੋਕ ਧੁਣਾ ਬਾਰੇ ਜਾਣਕਾਰੀ ਵਿਦਿਆਰਥੀਆਂ ਨੂੰ ਔਰ ਸਾਨੂੰ ਸਾਰਿਆਂ ਨੂੰ ਦੇਣਗੇ। ਇਹ ਜਿਹੜਾ ਗੁਰਮਤਿ ਸੰਗੀਤ ਦਾ ਵਿਸ਼ਾ ਕੇਵਲ ਵਿਦਿਆਰਥੀਆਂ ਦਾ ਨਹੀਂ, ਇਹ ਸਾਡੇ ਸਾਰਿਆਂ ਦਾ, ਕਿਉਂਕਿ ਗੁਰਮਤਿ ਸੰਗੀਤ ਦਾ ਦੂਸਰਾ ਰੂਪ ਹੈ ਗੁਰਬਾਣੀ ਕੀਰਤਨ। ਕੀਰਤਨ ਹੀ ਕਰਨਾ, ਕੀਰਤਨ ਨੂੰ ਕਿਸ ਢੰਗ ਦੇ ਨਾਲ ਸਾਡੇ ਗੁਰਮਤਿ ਵਿੱਚ ਅਸਥਾਨ ਹੈ ਔਰ ਗੁਰੂ ਸਾਹਿਬ ਜੀ ਨੇ ਕਿਵੇਂ ਕਿਵੇਂ ਇਸ ਕੀਰਤਨ ਰਾਹੀਂ ਸੰਗਤ ਨੂੰ ਪਰਮੇਸ਼ਵਰ ਦੇ ਚਰਨਾਂ ਨਾਲ ਜੋੜਿਆ, ਉਹਨਾਂ ਨੇ ਇਹ ਬੋਲ ਸਾਂਝੇ ਕਰਨੇ ਨੇ। ਪ੍ਰੋਫੈਸਰ ਉਪਿੰਦਰ ਸਿੰਘ ਜੀ ਮਾਲਪੁਰ ਹੋਰਾਂ ਨੇ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੰਗੀਤਕ ਜਿਹੜਾ ਪ੍ਰਬੰਧ ਹੈ ਉਸ ਬਾਰੇ ਆਪ ਜੀ ਨਾਲ ਕੁਝ ਵਿਚਾਰ ਸਾਂਝੇ ਕਰਨਗੇ। ਪ੍ਰੋਫੈਸਰ ਗੋਬਿੰਦਰ ਸਿੰਘ ਆਲਮਪੁਰੀ ਸੰਗੀਤ ਅਤੇ ਰਿਦਮ, ਗਾਇਨ, ਗਾਉਣਾ ਅਤੇ ਜਿਹਨੂੰ ਆਪਾਂ ਤਬਲਾ, ਪਖਾਵਜ, ਇਹਦਾ ਆਪਸੀ ਕੀ ਸਾਂਝ ਹੈ, ਇਸ ਬਾਰੇ ਜਾਣਕਾਰੀ ਦੇਣਗੇ। ਔਰ ਪ੍ਰੋਫੈਸਰ ਪ੍ਰੇਮ ਸਾਗਰ ਜੀ, ਉਹ ਆਪ ਤਾਂ ਪਰਚਾ ਪੜ੍ਹ ਨਹੀਂ ਸਕਦੇ, ਉਹ ਸਾਡੇ ਉਹਨਾਂ ਦਾ ਪਰਚਾ ਪ੍ਰੋਫੈਸਰ ਚਰਨਜੀਤ ਕੌਰ ਪੜ੍ਹਨਗੇ ਔਰ ਉਹ ਵੀ ਸ਼ਾਸਤਰੀ ਸੰਗੀਤ ਔਰ ਗੁਰਮਤਿ ਸੰਗੀਤ ਦੀ ਆਪਸੀ ਸਾਂਝ ਔਰ ਆਪਸੀ ਭੇਦ, ਇਹਦੇ ਬਾਰੇ ਜਾਣਕਾਰੀ ਦੇਣਗੇ। ਤਾਂ ਸਭ ਵਿਦਵਾਨਾਂ ਤੋਂ ਆਪ ਜੀ ਨੇ ਆਪਾਂ ਜਾਣਕਾਰੀ ਹਾਸਲ ਕਰਨੀ ਹੈ। ਦਾਸ ਕੇਵਲ ਕੁਝ ਹੀ ਮਿੰਟ ਆਪ ਜੀ ਨਾਲ ਬੇਨਤੀਆਂ ਸਾਂਝੀਆਂ ਕਰੇਗਾ। ਸੱਚਖੰਡ ਵਾਸੀ ਸੰਤ ਬਾਬਾ ਸੁੱਚਾ ਸਿੰਘ ਜੀ ਹੋਰਾਂ ਨੇ ਸਨ 91 ਵਿੱਚ ਗੁਰਮਤਿ ਸੰਗੀਤ ਦਾ ਪ੍ਰਚਾਰ ਕਰਨ ਲਈ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦੇ ਨਾਮ 'ਤੇ ਬਹੁਤ ਵੱਡਾ ਸਮਾਗਮ ਇਸ ਸਥਾਨ 'ਤੇ ਆਰੰਭ ਕੀਤਾ, ਜਿਹੜਾ ਸਫ਼ਰ ਕਰਦਾ ਕਰਦਾ ਅੱਜ 25ਵੇਂ ਸਾਲ ਵਿੱਚ ਪ੍ਰਵੇਸ਼ ਕਰ ਚੁੱਕਾ ਹੈ ਔਰ ਉਹਦੀ 25ਵੀਂ ਵਰ੍ਹੇਗੰਢ 23 ਨਵੰਬਰ ਤੋਂ 27 ਨਵੰਬਰ ਤੱਕ ਇਸ ਸਥਾਨ 'ਤੇ ਮਨਾਈ ਜਾ ਰਹੀ। ਇਹ ਸੈਮੀਨਾਰ ਉਸ ਨੂੰ ਸਮਰਪਿਤ ਹੈ। ਗੁਰਮਤਿ ਸੰਗੀਤ ਇੱਕ ਬਹੁਤ ਵੱਡੀ ਔਰ ਬੜੀ ਨਿਰਮਲ ਪਰੰਪਰਾ ਹੈ।
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਸਾਹਿਬ ਭਾਈ ਮਰਦਾਨਾ ਸਾਹਿਬ ਜੀ ਨੂੰ ਨਾਲ ਲਿਆ ਤੇ ਜਗਤ ਜਲੰਦੇ ਦੀ ਕਲਿਆਣ ਵਾਸਤੇ ਤੁਰ ਪਏ, ਜਿਹਦਾ ਜ਼ਿਕਰ ਭਾਈ ਸਾਹਿਬ ਜੀ ਨੇ ਕੀਤਾ। ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਸਤਿਗੁਰਾਂ ਨੇ ਮਰਦਾਨਾ ਜੀ ਦੀ ਰਬਾਬ ਵੱਜਦੀ ਔਰ ਸਤਿਗੁਰੂ ਸ਼ਬਦ ਪਾ ਕੇ ਗਾਉਂਦੇ, ਸਤਿਗੁਰੂ ਸ਼ਬਦ ਗਾਉਂਦੇ। ਪ੍ਰਿੰਸੀਪਲ ਸਤਵੀਰ ਸਿੰਘ ਹੋਰਾਂ ਨੇ ਸ਼ਬਦ ਕਹੇ ਨੇ, ਜਦੋਂ ਕੀਰਤਨ ਹੁੰਦਾ ਸਤਿਗੁਰੂ ਕੀਰਤਨ ਕਰਦੇ, ਮਰਦਾਨਾ ਜੀ ਰਬਾਬ ਵਜਾਉਂਦੇ, ਤੇ ਉਹਨਾਂ ਨੇ ਕਿਹਾ ਵੀ ਬਿਰਖਨ ਤੇ ਰਸ ਨੁਚਰਨ ਲਾਗਾ, ਬਿਸਰੋ ਸਭ ਆਪਾਨਾ। ਵੀ ਰੁੱਖਾਂ ਤੋਂ ਰਸ ਨੁਚੜਨ ਲੱਗ ਪਿਆ ਤੇ ਆਪਣਾ ਆਪਾ ਤੱਕ ਜੀਵਾਂ ਨੂੰ ਭੁੱਲ ਗਿਆ। ਇੰਨੀ ਉਸ ਸਮਾਧੀ ਦੀ ਜਾਂ ਸ਼ਾਂਤੀ ਦੀ ਅਵਸਥਾ ਵਿੱਚ ਸਾਰਾ ਮਾਹੌਲ ਹੋ ਗਿਆ। ਉਹਨਾਂ ਨੇ ਇੱਕ ਨਾਲ ਹੋਰ ਬੋਲ ਵੀ ਕਿਹਾ, ਹਾਲਾਂਕਿ ਉਹਨਾਂ ਨੇ ਇਸ ਦੀ ਕੋਈ ਸੋਰਸ ਦਾ ਜ਼ਿਕਰ ਤਾਂ ਨਹੀਂ ਕੀਤਾ, ਪਰ ਉਹਨਾਂ ਨੇ ਬੋਲ ਕਹਿ ਕਿ ਕਰਦਿਆਂ ਕਰਦਿਆਂ ਭਾਈ ਮਰਦਾਨਾ ਸਾਹਿਬ ਜੀ ਦੇ ਅੰਦਰ ਇੱਕ ਫੁਰਨਾ ਆ ਗਿਆ ਵੀ ਕਮਾਲ ਹੋ ਗਈ। ਇੰਨੀ ਸ਼ਾਂਤੀ, ਮਾਹੌਲ ਇੰਨਾ ਸ਼ਾਂਤ ਹੋ ਗਿਆ। ਕੀਰਤਨ ਰਬਾਬ ਵਿੱਚ ਇੰਨੀ ਕਸ਼ਿਸ਼ ਹੈ, ਇਹਦੇ ਸੰਗੀਤ ਵਿੱਚ, ਇਹਦੇ ਵਿੱਚ ਇੰਨਾ ਰਸ ਹੈ, ਤੇ ਕਿਧਰੇ ਨਾ ਕਿਧਰੇ ਆਪਣੀ ਕਲਾ ਦਾ ਵੀ ਮਨ ਵਿੱਚ ਕਿਸੇ ਫੁਰਨਾ ਆ ਗਿਆ ਵੀ ਸ਼ਾਇਦ ਇਹ ਕੋਈ ਮੇਰਾ ਹੀ ਕਮਾਲ ਨਾ ਹੋਵੇ। ਕਹਿੰਦੇ ਇੰਨੇ ਚਿਰ ਨੂੰ ਸਤਿਗੁਰੂ ਜਾਨੀ ਜਾਨ ਪਾਤਸ਼ਾਹ ਜੀ ਨੇ ਆਪਣੀ ਰਸਨਾ ਬੰਦ ਕਰ ਲਈ, ਨੇਤਰ ਵੀ ਬੰਦ ਕਰ ਲਏ, ਸ਼ਬਦ ਉਚਾਰਨਾ, ਸ਼ਬਦ ਬੋਲਣਾ ਬੰਦ ਕਰ ਦਿੱਤਾ। ਜਦੋਂ ਸ਼ਬਦ ਬੰਦ ਕੀਤਾ ਤੇ ਚਾਰ ਸਫੇਰੇ ਹਲਚਲ ਫਿਰ ਸ਼ੁਰੂ ਹੋ ਗਏ। ਭਾਈ ਮਰਦਾਨਾ ਸਾਹਿਬ ਨੇ ਹੱਥ ਜੋੜੇ, ਪਾਤਸ਼ਾਹ ਮੈਨੂੰ ਖਿਮਾ ਕਰਿਓ। ਇਹਦਾ ਮਤਲਬ, ਇਹਦਾ ਅਰਥ ਇਹ ਹੈ, ਸ਼ਬਦ ਸੰਗੀਤ, ਸ਼ਬਦ ਪ੍ਰਧਾਨ ਹੈ। ਔਰ ਬਾਬਾ ਜੀ ਨੇ ਵੀ ਜਦੋਂ ਸੰਗੀਤ ਦੀ, ਗੁਰਮਤਿ ਸੰਗੀਤ ਦੀ ਗੱਲ ਕਹੀ ਤਾਂ ਉਹਨਾਂ ਨੇ ਕਿਹਾ ਬਹੁਤੀਆਂ ਤਾਨਾਂ ਜਿਹੜੀਆਂ ਨੇ, ਹਾਲਾਂਕਿ ਉਹ ਸਿੱਖਣ ਵਾਸਤੇ ਜ਼ਰੂਰੀ ਨੇ, ਕਿਉਂਕਿ ਸੰਗੀਤ ਦਾ ਮੈਥੇਮੈਟਿਕ ਜਿਹੜਾ ਜ਼ਰੂਰੀ ਹੈ। ਸੁਰਾਂ ਜਿਹਨੂੰ ਆਉਂਦੀਆਂ ਨੇ, ਜਿਹੜਾ ਸਿਖਾਉਂਦਾ ਹੈ ਉਸ ਨੂੰ ਪਤਾ ਹੈ। ਪਰ ਇਸ ਦਾ ਪ੍ਰਚਾਰ ਕਰਨ ਵਾਸਤੇ ਜਦੋਂ ਅਸੀਂ ਸੰਗਤ ਦੇ ਕੋਲ ਜਾਂਦੇ ਹਾਂ, ਤਾਂ ਸੰਗਤ ਦੇ ਕੋਲ ਕੀਰਤਨ ਦੇ ਰੂਪ ਵਿੱਚ ਇਸ ਨੂੰ ਅਸੀਂ ਪੇਸ਼ ਕਰਦੇ ਹਾਂ, ਕਿਉਂਕਿ ਸ਼ਬਦ ਅਤੇ ਸੰਗੀਤ ਦੀ ਆਪਸੀ ਬਹੁਤ ਵੱਡੀ ਸਾਂਝ ਹੈ। ਪ੍ਰਿੰਸੀਪਲ ਸਤਵੀਰ ਸਿੰਘ ਹੋਰਾਂ ਨੇ ਇੱਕ ਸ਼ਬਦ ਹੋਰ ਕਿਹਾ, ਸ਼੍ਰੀ ਰਾਗ, ਸ਼ਾਇਦ ਸ਼ਾਮ ਦਾ ਰਾਗ ਹੈ, ਪ੍ਰੋਫੈਸਰ ਸਾਹਿਬਾਨ ਬੈਠੇ ਨੇ, ਅਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸਮਾਪਤੀ ਹੁੰਦੀ ਹੈ ਜੈਜਾਵੰਤੀ ਤੋਂ ਪਹਿਲਾ ਰਾਗ ਪ੍ਰਭਾਤੀ ਹੈ। ਜੈਜਾਵੰਤੀ ਰਾਗ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਦਸਮ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ, ਪਾਤਸ਼ਾਹ ਜੀ ਨੇ ਜਦੋਂ ਉਚਾਰਨ ਕੀਤੀ ਨੌਵੇਂ ਪਾਤਸ਼ਾਹ ਜੀ ਦੀ, ਤਾਂ ਉਹਨਾਂ ਨੇ ਉਸ ਵਿੱਚ ਇਸ ਰਾਗ ਨੂੰ ਰੱਖਿਆ। ਉਹ ਕਹਿੰਦੇ ਨੇ ਵੀ ਗੁਰੂ ਸਾਹਿਬ ਜੀ ਦੀ ਤਰਤੀਬ ਐਸੀ ਰਾਗਾਂ ਦੀ ਦਿੱਤੀ ਵੀ ਸ਼੍ਰੀ ਤੋਂ ਸ਼ੁਰੂ ਹੋ ਜਾਓ, ਗੁਰੂ ਸਾਹਿਬ ਨੂੰ ਪੜ੍ਹਨਾ, ਬਾਣੀ 'ਤੇ ਅਮਲ ਕਰਨਾ, ਜਿਉਂ-ਜਿਉਂ ਪੜ੍ਹਦੇ ਜਾਓਗੇ। ਇੱਕ ਪ੍ਰਤੀਕ ਰੂਪ ਹੈ ਜਿਹਦੇ ਇਹਦੇ ਅਰਥ ਉਹਨਾਂ ਨੇ ਕੀਤੇ, ਅਭਿਆਸ ਕਰਦਿਆਂ ਕਰਦਿਆਂ ਅਗਿਆਨਤਾ ਭਰੀ ਜ਼ਿੰਦਗੀ ਜਦੋਂ ਸਤਿਗੁਰਾਂ ਦੇ ਪੂਰਨ ਦਰਸ਼ਨ ਕਰ ਲੈਗੀ, ਪੂਰਨ ਬਚਨਾਂ 'ਤੇ ਅਮਲ ਕਰ ਲੈਗੀ, ਪ੍ਰਭਾਤੀ ਤੱਕ ਪਹੁੰਚਦਿਆਂ ਪਹੁੰਚਦਿਆਂ ਜੀਵਨ ਵਿੱਚ ਪ੍ਰਭਾਤ ਹੋ ਜਾਏਗੀ। ਇਸ ਦੇ ਅਰਥ ਉਹਨਾਂ ਨੇ ਆਪਣੇ ਢੰਗ ਨਾਲ ਕੀਤੇ। ਸੰਗੀਤ ਹੋਰ ਧਰਮਾਂ ਵਿੱਚ ਵੀ ਉਹਨੂੰ ਰੱਖਿਆ ਗਿਆ, ਮਸਲਨ ਇਸਲਾਮ ਵਿੱਚ ਹਾਲਾਂਕਿ ਬਹੁਤ ਵਧੀਆ ਗਾਉਣ ਵਾਲੇ ਨੇ, ਪਰ ਇਸਲਾਮ ਵਿੱਚ ਵਰਜਤ ਵੀ ਹੈ। ਕਿਤੇ ਇਹ ਲੋਕ ਇਸ ਨੂੰ ਕਹਿੰਦੇ ਨੇ ਕਿ ਇਸ ਨਾਲ ਪ੍ਰਵਿਰਤੀਆਂ ਜਿਹੜੀਆਂ ਨੇ, ਬੰਦੇ ਦੀਆਂ ਮਾੜੀਆਂ ਪ੍ਰਵਿਰਤੀਆਂ ਜਨਮ ਲੈਂਦੀਆਂ ਨੇ। ਉਹਨਾਂ ਨੇ ਇਸ ਦਾ ਐਸਾ ਰੂਪ ਬਣਾਇਆ, ਸ਼ਾਇਦ ਇਹੀ ਕਾਰਨ ਸੀ। ਇੱਕ ਦਿਨ ਇਸ ਰੋਸ ਨੂੰ ਲੈ ਕੇ ਕੁਝ ਕਲਾਕਾਰਾਂ ਨੇ, ਕੁਝ ਸੰਗੀਤਕਾਰਾਂ ਨੇ ਇੱਕ ਅਰਥੀ ਬਣਾਈ ਅਤੇ ਆਪਣੇ ਮੋਢਿਆਂ 'ਤੇ ਚੁੱਕ ਲਈ। ਮਹੱਲਾਂ ਦੇ ਥੱਲਿਓਂ ਗੁਜ਼ਰਦੇ ਨੇ
ਤੇ ਔਰੰਗਜ਼ੇਬ ਨੇ ਪੁੱਛਿਆ ਥੱਲੇ ਆਵਾਜ਼ ਕਾਹਦੀ ਆ ਰਹੀ ਹੈ। ਦਰਬਾਰੀਆਂ ਨੇ ਜਵਾਬ ਦਿੱਤਾ, ਜਾ ਆਪਣਾ ਪਤਾ ਕੀਤਾ ਵੀ ਇਹ ਲੋਕ ਸਾਰੇ ਸੰਗੀਤਕਾਰ ਨੇ, ਗਵਈਏ ਨੇ, ਤੇ ਇਹ ਸੰਗੀਤ ਦੀ ਅਰਥੀ ਮੋਢੇ 'ਤੇ ਚੁੱਕ ਕੇ ਜਾ ਰਹੇ ਨੇ। ਕਹਿੰਦੇ ਸੰਗੀਤ ਖਤਮ ਹੋ ਗਿਆ, ਮਰ ਗਿਆ, ਕਿਉਂਕਿ ਇਸਲਾਮ ਇਸ ਨੂੰ ਉਸ ਰੂਪ ਵਿੱਚ ਨਹੀਂ ਲੈਂਦਾ। ਤੇ ਬਾਦਸ਼ਾਹ ਨੇ ਤੇ ਫਿਰ ਕਿਹੜਾ ਉਸ ਨੂੰ ਪ੍ਰਮੋਟ ਕਰਨਾ ਸੀ। ਤਾਂ ਔਰੰਗਜ਼ੇਬ, ਹਾਲਾਂਕਿ ਉਹਨਾਂ 'ਤੇ ਇੱਕ ਪ੍ਰੋਟੈਸਟ ਕੀਤਾ ਸੀ ਵੀ ਸ਼ਾਇਦ ਇਹਨੂੰ ਮਾੜਾ ਮੋਟਾ ਆਏਗਾ, ਵੀ ਕਹੇਗਾ ਨਾ ਭਾਈ ਜਿਹੜੀਆਂ ਤੁਹਾਡੀਆਂ ਮੰਗਾਂ ਨੇ, ਜਾਂ ਤੁਹਾਨੂੰ ਕੋਈ ਅਹਿਮ ਸਥਾਨ ਦਿੱਤਾ ਜਾਏ, ਜਾਂ ਇਹਦਾ ਪ੍ਰਚਾਰ ਕੀਤਾ ਜਾਏ। ਤਾਂ ਔਰੰਗਜ਼ੇਬ ਨੇ ਅਗਲੇ ਜਿਹੜੇ ਸ਼ਬਦ ਵਰਤੇ, ਉਹ ਕਹਿਣ ਲੱਗਾ ਸੰਗੀਤ ਮਰ ਗਿਆ, ਇਹਨਾਂ ਸਾਰੇ ਕਲਾਕਾਰਾਂ ਨੂੰ ਇਹ ਗੱਲ ਕਹੋ ਵੀ ਇੰਨੀ ਡੂੰਘਾ ਦੱਬਿਓ ਪਰਤ ਕੇ ਨਾ ਉੱਠ ਪਵੇ। ਉਹ ਤਾਂ ਉਹਨੇ ਗੱਲ ਮੰਨਣ ਦੀ ਬਜਾਏ ਉਸ ਨੂੰ ਹੋਰ ਰੂਪ ਵਿੱਚ ਪੇਸ਼ ਕੀਤਾ। ਸੰਗੀਤ ਸਤਿਗੁਰਾਂ ਨੇ ਭਗਤੀ ਦੇ ਰੂਪ ਵਿੱਚ ਰਿਹਾ। ਸਰਦਾਰ ਚਰਨਜੀਤ ਸੁੰਗਰੀ ਇੱਕ ਸ਼ੇਰ ਪੜ੍ਹਦੇ ਨੇ ਅਲਾਮਾ ਇਕਬਾਲ ਦਾ, ਉਹ ਕਹਿੰਦੇ ਨੇ, ਆ ਤੁਝ ਕੋ ਬਤਾਤਾ ਹੂੰ ਤਰੀਕੇ ਤਕਦੀਰੇ ਉਮਮ ਕਿਆ ਹੈ। ਉਹ ਕਹਿੰਦੇ ਨੇ ਵੀ, ਇਕਬਾਲ ਕਹਿੰਦੇ ਨੇ, ਤੈਨੂੰ ਦੱਸਦਾ ਵੀ ਕੌਮਾਂ ਦੀ ਤਕਦੀਰ ਕੀ ਹੈ। ਸ਼ਮਸ਼ੀਰੇ ਸਨਾ ਅਵਲ ਚੰਗੋ ਰਬਾਬ ਆਖਰ। ਕਹਿੰਦੇ ਜਿਹੜੀਆਂ ਕੌਮਾਂ ਹੱਥ ਵਿੱਚ ਸ਼ਮਸ਼ੀਰ ਪਕੜ ਲੈਣ, ਉਹ ਚੜ੍ਹਦੀ ਕਲਾ ਵਿੱਚ ਰਹਿੰਦੀਆਂ ਨੇ, ਅਤੇ ਜਿਹੜੇ ਰਬਾਬ ਦੇ ਨਗਮੇ ਸੁਣਨ ਲੱਗ ਪੈਣ, ਉਹ ਹੌਲੀ ਹੌਲੀ ਬੁੱਝ ਜਾਂਦੀਆਂ ਨੇ। ਇਹ ਉਹਨੇ ਸੰਗੀਤ ਦੇ ਉਸ ਰੂਪ ਦੀ ਗੱਲ ਕਹੀ ਜਿਹੜਾ ਸੰਗੀਤ ਕੇਵਲ ਅਤੇ ਕੇਵਲ ਐਸ਼ੋ ਆਰਾਮ ਵਾਸਤੇ ਵਰਤਿਆ ਜਾਂਦਾ ਸੀ। ਇਹ ਗੱਲ ਬਿਲਕੁਲ ਸੱਚ ਹੈ। ਜਿਹੜਾ ਸੰਗੀਤ ਮਾੜੀਆਂ ਪ੍ਰਵਿਰਤੀਆਂ ਜਗਾ ਕੇ ਉਹਦੇ ਵਾਸਤੇ ਵਰਤਿਆ ਜਾਏ, ਅਤੇ ਉਹ ਤਾਂ ਫਿਰ ਉਹਦੇ ਬਾਰੇ ਗੁਰੂ ਸਾਹਿਬ ਕਹਿੰਦੇ ਨੇ, ਨਹੀਂ ਮੋਹਨ ਸ਼ਰਵਣੀ ਇਹ ਨਾ ਸੁਣਾਏ, ਮੇਰੇ ਕੰਨਾਂ ਨੂੰ ਇਹ ਜੀ ਸਰੋਤ ਨਹੀਂ ਪੈਣੀ ਚਾਹੀਦੀ, ਮੈਂ ਕਿਉਂ ਇਹ ਸੁਣਾ। ਜੋ ਮਰਜ਼ੀ ਕੋਈ ਗਾਏ। ਫਿਰ ਉਹਦੇ ਲਈ ਕਿਆ ਕਹਿੰਦੇ, ਗਾਣਾ ਰਾਗ ਨਾਦ ਸਭ ਸੱਚ ਹੈ, ਕੰਡੀਸ਼ਨ ਹੈ, ਇਹ ਸੱਚ ਹੈ, ਬਿਲਕੁਲ ਦਰੁਸਤ ਹੈ, ਇਹਦੀ ਬੜੀ ਵੱਡੀ ਥਾਂ ਹੈ, ਪਰ ਤਾਂ ਜੇ ਸੱਚ ਧਰੇ ਪਿਆਰ। ਅਤੇ ਜੇ ਇਹ ਸੰਗੀਤ ਦੂਜੇ ਪਾਸੇ ਲਿਜਾਏ, ਸੰਗੀਤ ਦਾ ਕੋਈ ਕਸੂਰ। ਇੱਕ ਮੈਂ ਬੇਨਤੀ ਕਰਾਂ, ਸੰਗੀਤ ਬਾਬਾ ਜੀ ਨੇ ਇੱਕ ਸਨ 91 ਵਿੱਚ ਇੱਕ ਉਦਾਹਰਨ ਦਿੱਤੀ, ਜਦੋਂ ਪਹਿਲੀ ਵਾਰੀ ਸਟੇਜ 'ਤੇ ਬੋਲੇ, ਕਹਿੰਦੇ ਰਾਗ ਇੱਕ ਬਰਤਨ ਹੈ, ਸ਼ਬਦ ਪਦਾਰਥ ਹੈ, ਤ੍ਰਿਪਤੀ ਪਦਾਰਥ ਨਾਲ ਹੁੰਦੀ ਹੈ। ਬਰਤਨ ਵੀ ਓਨੀ ਕੀਮਤ ਰੱਖਦਾ, ਪਰ ਬਰਤਨ ਦਾ ਕੋਈ ਕਸੂਰ ਨਹੀਂ ਜੇ ਪਦਾਰਥ ਉਹਦੇ 'ਚ ਮਾੜਾ ਪਾਇਆ ਜਾਏ। ਬਰਤਨ ਮਾੜਾ ਨਹੀਂ ਹੈ, ਬਰਤਨ ਦੀ ਵਰਤੋਂ ਕੁਵਰਤੋਂ ਇਹ ਡਿਪੈਂਡ ਕਰਦੀ ਕਿ ਉਹਦੇ 'ਚ ਪਾਇਆ ਕੀ। ਜੇ ਬਰਤਨ ਚੰਗਾ ਹੈ, ਮਾੜੀ ਚੀਜ਼ ਪਾ ਦਿੱਤੀ, ਤਾਂ ਉਹਨੂੰ ਸੰਗਤ ਦੋਸ਼ ਤਾਂ ਵਿਚਾਰੇ ਨੂੰ ਲੱਗੇਗਾ ਹੀ। ਇਸ ਕਰਕੇ ਸਤਿਗੁਰਾਂ ਨੇ ਸ਼ਬਦ ਪਾਇਆ, ਸੰਗੀਤ ਨੂੰ ਵਿੱਚ ਸ਼ਬਦ ਪਾ ਕੇ ਗਾਇਆ, ਔਰ ਇਹ ਬੋਲ ਕਹਿ ਸਨ, ਮਜਾਨਿਆ ਰਵਾ ਭਲੀ ਵਜਾਉਂਦਾ, ਸ਼ਬਦ ਪਾ ਕੇ ਗਾਏ, ਤੈਨੂੰ ਦਾਨੇ ਤੋਂ ਮਰਦਾਨਾ ਬਣਾਈਏ। ਜਾਂ ਇਹ ਵੀ ਸ਼ਬਦ ਅਸੀਂ ਪੜ੍ਹਦੇ ਹਾਂ, ਤੇਰਾ ਦੋਈ ਥਾਈਂ ਭਲਾ ਕਰੀਏ। ਇਹ ਗੁਰੂ ਸਾਹਿਬ ਜੀ ਨੇ ਸੰਗੀਤ ਦੀ ਗੱਲ ਕਹੀ, ਔਰ ਉਹਦੇ ਲਈ ਫਿਰ ਇੱਕ ਕੰਡੀਸ਼ਨ ਲਾਈ, ਗਾਉਣ ਵਾਲਾ, ਜਿਵੇਂ ਪਹਿਲਾਂ ਬੇਨਤੀ ਕੀਤੀ, ਗਾਉਣ ਵਾਲਾ ਅੰਦਰ ਸੱਚ ਦਾ ਪਿਆਰ ਧਰ ਕੇ ਗਾਏ। ਜੇ ਨਹੀਂ ਤਾਂ ਫਿਰ ਸਤਿਗੁਰਾਂ ਨੇ ਕਿਹਾ ਹੈ, ਕੋਈ ਗਾਵੇ ਰਾਗੀ ਨਾਦੀ ਬੇਦੀ ਬੰਪਾਦ ਕਰਨੀ, ਹਰ ਹਰ ਭੀਜੈ ਰਾਮ ਰਾਜੇ ਜਿਨ ਅੰਤਰ ਕਪਟ ਵਿਕਾਰ ਹੈ, ਤੇ ਨਾ ਰੋਏ ਕਿਆ ਕੀਜੈ। ਪ੍ਰਾਪਤੀ ਕੀ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਸ ਨੂੰ ਭਗਤੀ ਦੇ ਰੂਪ ਵਿੱਚ, ਸੰਗੀਤ ਦੇ ਰੂਪ ਵਿੱਚ, ਜਦੋਂ ਸੰਗਤ ਨੂੰ ਇਹ ਨਾਮ ਬਾਣੀ ਦਾ ਸ਼ਬਦ ਦਾ ਖਜ਼ਾਨਾ ਵਰਤਾਇਆ, ਇਸ ਸੰਗੀਤ ਦਾ ਨਾਲ ਉਹਨਾਂ ਨੇ ਸਾਧਨ ਬਣਾਇਆ, ਰਬਾਬ ਮਰਦਾਨੇ ਨੂੰ ਨਾਂ ਰੱਖਿਆ, ਔਰ ਬੜੇ ਪਿਆਰੇ ਸ਼ਬਦ ਨੇ, ਬੜਾ ਖੂਬ। ਮੇਰਾ ਟਾਈਮ ਜ਼ਿਆਦਾ ਤਾਂ ਨਹੀਂ ਹੋ ਰਿਹਾ। ਉਹਨਾਂ ਨੇ ਬੜੇ ਪਿਆਰੇ ਸ਼ਬਦ ਵਰਤੇ। ਕਹਿੰਦੇ ਮਰਦਾਨਾ ਇੱਕ ਦਿਨ ਨਾਰਾਜ਼ ਹੋ ਗਿਆ। ਨਿਰਾਸ਼ ਕਿੱਥੇ ਹੁੰਦਾ ਸੀ, ਚਲੋ ਉਹ ਕਹਿੰਦੇ ਉਸ ਭਾਈ ਮਰਦਾਨਾ ਸਾਹਿਬ ਜੀ ਘਰ ਚਲੇ ਗਏ,
ਤੇ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਬਾਲਿਆ ਅਸੀਂ ਭਾਈ ਮਰਦਾਨਾ ਜੀ ਨੂੰ ਲੈ ਕੇ ਆਉਣਾ। ਭਾਈ ਬਾਲਾ ਜੀ ਕਹਿਣ ਲੱਗੇ, ਮਹਾਰਾਜ ਛੱਡੋ, ਜਦੋਂ ਵਾਰ-ਵਾਰ ਘਰ ਚਲੇ ਜਾਂਦੇ ਨਿੱਕੀ ਨਿੱਕੀ ਗੱਲ 'ਤੇ ਉਹਨੂੰ ਕਾਹਦੇ ਲਈ ਲਿਜਾਣਾ, ਇੰਨੀ ਖਿੱਚ ਉਹਦੀ ਕਾਹਦੇ ਲਈ ਕਰਦੇ ਹੋ। ਤੇ ਗੁਰੂ ਸਾਹਿਬ ਨੇ ਬੜੇ ਪਿਆਰੇ ਬਚਨ ਨੇ ਕਹਿੰਦੇ, ਬਾਲਿਆ 2 ਗੱਲਾਂ ਨੇ ਉਹਦੇ ਲਈ ਖਿੱਚ ਵਾਸਤੇ। ਪੁੱਛਿਆ ਕਿਹੜੀ? ਕਹਿੰਦੇ ਇੱਕ ਤਾਂ ਖਿੱਚ ਹੈ ਵੀ ਉਹਨੂੰ ਮੈਂ ਉਂਗਲ ਫੜ ਕੇ ਘਰੋਂ ਲਿਆਇਆ, ਉਂਗਲ ਫੜੀ ਦੀ ਕਦੀ ਮੈਂ ਉਂਗਲ ਨਹੀਂ ਛੱਡਣੀ, ਉਹਦਾ ਹੱਥ ਮੈਂ ਫੜ ਕੇ ਲਿਆਇਆ। ਦੂਸਰਾ ਕਹਿੰਦੇ ਰਬਾਬ ਬੜੀ ਵਧੀਆ ਵਜਾਉਂਦਾ, ਬੜਾ ਵਧੀਆ ਸੰਗੀਤਕਾਰ ਹੈ, ਬਹੁਤ ਸੋਹਣਾ ਉਹ ਰਬਾਬ ਵਜਾਉਂਦਾ, ਇਸ ਕਰਕੇ ਮਨ ਉਹਦੇ ਲਈ ਖਿੱਚ ਰੱਖਦਾ। ਔਰ ਗੁਰੂ ਕੇ ਸਵਾਰਿਓ ਇਹ ਬਿਲਕੁਲ ਸੱਚ ਪਾਈ। ਪ੍ਰਿੰਸੀਪਲ ਗੰਗਾ ਸਿੰਘ ਨੇ ਬੜੇ ਪਿਆਰੇ ਸ਼ਬਦ ਲਿਖੇ ਨੇ। ਉਹ ਕਹਿੰਦੇ ਰਬਾਬ ਜਿਹੜਾ ਰਬਾਬੀ ਸੀ ਨਾ, ਉਹ ਰੱਬ ਆਬੀ, ਰੱਬ ਦਾ ਆਬ, ਰੱਬ ਦਾ ਅੰਮ੍ਰਿਤ ਗ੍ਰਹਿਣ ਕਰਨ ਵਾਲਾ ਸੀ, ਉਹਦੇ ਵਿੱਚ ਹੀ ਮਦਹੋਸ਼ ਰਹਿੰਦਾ ਸੀ। ਉਹ ਤੇ ਰੱਬ ਦਾ ਅੰਮ੍ਰਿਤ ਸੀ, ਪਰ ਜਗ ਤਾਰਨੇ ਬਹਾਨਾ ਸੀ। ਜਗਤ ਨੂੰ ਤਾਰਨ ਲਈ ਮਰਦਾਨੇ ਦਾ ਰੂਪ ਲੈ ਕੇ ਬਹਾਨਾ ਬਣ ਗਿਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ। ਐਸਾ ਸਤਿਗੁਰਾਂ ਨੇ ਸਾਨੂੰ ਸੰਗੀਤ ਦਿੱਤਾ। ਔਰ ਉਸ ਤੋਂ ਬਾਅਦ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਦੇ ਜਦੋਂ ਦਰਸ਼ਨ ਕਰਦੇ ਆ, ਕੈਸੇ ਕੈਸੇ ਖੂਬਸੂਰਤ ਉਹਨਾਂ ਨੇ ਗੁਰਮਤਿ ਸੰਗੀਤ। ਡਾਕਟਰ ਅਨੁਰਾਗ ਸਿੰਘ ਤਾਂ ਅਮਰੀਕੀ ਵਿੱਚ ਦੱਸ ਸਕਣਗੇ ਵੀ ਕਿੰਨੇ ਕਿੰਨੇ ਉਹਨਾਂ ਨੇ ਪਰਮੇਸ਼ਵਰ ਦੇ ਬੋਲ ਗਾਏ। ਇੱਕ ਬੋਲ ਹੈ, ਅਸੀਂ ਅਕਸਰ ਪੜ੍ਹਦੇ ਹਾਂ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਇਹ ਖਿਆਲ ਹੈ, ਅਤੇ ਖਿਆਲ ਕਿਸ ਰੂਪ ਵਿੱਚ ਉਹਨਾਂ ਨੇ ਗਾਇਆ। ਇਹ ਸਾਰੇ ਆਜਾਬ ਸਾਹਿਬ ਪੜ੍ਹਦੇ, ਚਾਚਰੀ ਛੰਦ, ਭੁਜੰਗ ਪ੍ਰਿਆਸ ਛੰਦ, ਇਹ ਸੰਗੀਤਕ ਕਲਾਵਾਂ ਹੀ ਨੇ। ਉਹ ਠੀਕ ਆ, ਉਹਦਾ ਆਪਣਾ ਇੱਕ ਨੇਮ ਹੈ, ਕਿਵੇਂ ਗਾਉਣੀਆਂ ਨੇ, ਕਿਵੇਂ ਬਣਨੀਆਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੰਗੀਤਕ ਪਰਪੇਖ ਵੀ ਬੜਾ ਕਮਾਲ ਦਾ ਹੈ। ਹਾਲਾਂਕਿ ਸਾਡੀਆਂ 9 ਧੁਨੀਆਂ ਨੇ 22 ਵਾਰਾਂ 'ਤੇ। ਡਾਕਟਰ ਜਸਵੀਰ ਕੌਰ ਜੀ, ਕਿਉਂਕਿ ਉਹਨਾਂ ਨੇ ਇਸ ਵਿਸ਼ੇ 'ਤੇ ਕੰਮ ਸੰਗੀਤ ਬਾਰੇ ਬਹੁਤ ਕੀਤਾ ਹੈ। 9 ਧੁਨੀਆਂ ਨੇ, ਟੂੰਡੇ ਅਸਰਾਜੇ ਕੀ ਧੁਨੀ, ਲੱਲਾ ਬਹਿਲੀਮਾ ਕੀ ਧੁਨੀ, ਇਹ ਸਾਰੀਆਂ ਜਿਹੜੀਆਂ ਧੁਨੀਆਂ ਨੇ ਇਹ ਕੀ ਨੇ, ਇਹਦੀ ਬਾਰੇ ਹਾਲੀ ਥੋੜ੍ਹੀ ਜਿਹੀ ਖੋਜ ਕੰਮ ਕਰਨ ਦੀ ਜ਼ਰੂਰਤ ਹੈ। ਅਤੇ ਵਾਰ ਜਦੋਂ ਸਵੇਰੇ ਆਸਾਂ ਦੀ ਵਾਰ ਲੱਗਦੀ ਹੈ, ਵਾਰ ਦਾ ਮਤਲਬ ਤਾਂ ਖਿੱਚ ਕੇ ਲਾਣਾ ਹੁੰਦਾ। ਵਾਰ ਤਾਂ ਅਸੀਂ ਢਾਡੀ ਵਾਰਾਂ ਨਾਲ ਸੰਬੰਧਿਤ ਕਰ ਲਈ, ਪਰ ਇਹ ਕੀਰਤਨ ਦੀ ਵੀ ਵਾਰ ਹੈ। ਐਸਾ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਔਰ ਸਾਨੂੰ ਸੰਗੀਤ ਦਾ ਉਹ ਇੱਕ ਬਹੁਤ ਵੱਡਾ ਜਿਹੜਾ ਅਸੀਂ ਸੰਕਲਪ ਦਿੱਤਾ। ਅਸੀਂ ਸਾਰਿਆਂ ਨੇ ਰਾਗੀ ਸਿੰਘਾਂ ਦੇ ਰੂਪ ਵਿੱਚ ਤਾਂ ਅਸੀਂ ਉਹਦਾ ਕੀਰਤਨ ਦਾ ਆਨੰਦ ਮਾਣਿਆ ਹੀ, ਪਰ ਅੱਜ ਅਸੀਂ ਇਸ ਸੰਗੀਤ ਦੇ ਇਸ ਸੈਮੀਨਾਰ ਦੇ ਰੂਪ ਵਿੱਚ ਬੁਲਾਰਿਆਂ ਤੋਂ ਇਸ ਕੋਮਲ ਕਲਾ ਬਾਰੇ ਸੋਹਣੇ ਸੋਹਣੇ ਵਿਚਾਰ ਸ਼੍ਰਵਣ ਕਰਾਂਗੇ। ਤੁਹਾਡਾ ਸਭ ਦਾ ਧੰਨਵਾਦ। ਗੁਰੂ ਮਿਹਰ ਕਰੇ ਸੀ ਆਏ ਹੋਏ ਸਮੂਹ ਪਤਵੰਤਿਆਂ ਤੋਂ ਲਾਭ ਪ੍ਰਾਪਤ ਕਰੀਏ। ਇਹਦੀਆਂ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।